ਹੈਲੋ एवरीवन गुड मॉर्निंग टू ऑल ऑफ यू डी एंड एफ ਬਲਾਕ ਐਲੀਮੈਂਟਸ ਨੂੰ ਆਪਾਂ ਅੱਗੇ ਕਰਨ ਲੱਗੇ ਹਾਂ। ਫਸਟਲੀ ਆਪਾਂ ਡੀ ਬਲਾਕ ਐਲੀਮੈਂਟਸ ਸਟੱਡੀ ਕਰ ਰਹੇ ਸੀ। ਡੀ ਬਲਾਕ ਦਾ ਥੋੜਾ ਜਿਹਾ ਪਾਰਟ ਮੈਂ ਤੁਹਾਨੂੰ ਕਰਵਾਤਾ ਸੀ। ਅੱਗੇ ਕੁਝ ਜਨਰਲ ਪ੍ਰੋਪਰਟੀਜ਼ ਨੇ, ਜਨਰਲ ਪ੍ਰੋਪਰਟੀਜ਼ ਆਫ ਡੀ ਬਲਾਕ ਐਲੀਮੈਂਟਸ। ਜਨਰਲੀ ਦੇ ਆਲ ਆਰ ਮੈਟਲਸ। ਡੀ ਬਲਾਕ ਦੇ ਜਿੰਨੇ ਵੀ ਐਲੀਮੈਂਟਸ ਨੇ ਜਨਰਲੀ ਇਹ ਮੈਟਲਸ ਨੇ, ਮੈਟੈਲਿਕ ਕਰੈਕਟਰ ਸ਼ੋਅ ਕਰਦੇ ਨੇ। ਜਿੰਨੀਆਂ ਵੀ ਮੈਟਲ ਦੀਆਂ ਪ੍ਰੋਪਰਟੀਜ਼ ਨੇ ਉਹ ਸ਼ੋਅ ਕਰਦੇ ਨੇ। ਇਹਨਾਂ ਦੇ ਰੀਜ਼ਨਸ ਆਪਾਂ ਅੱਗੇ ਕਰਾਂਗੇ ਕਿਉਂ ਇਹ ਇੱਦਾਂ ਸ਼ੋਅ ਕਰਦੇ ਆ। ਦੇ ਹੈਵ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਬਿਕੋਜ਼ ਆਫ ਮੈਟੈਲਿਕ ਨੇਚਰ। ਇਹਨਾਂ ਦਾ ਮੈਲਟਿੰਗ ਬੋਇਲਿੰਗ ਪੁਆਇੰਟ ਕੀ ਹੋਏਗਾ? ਹਾਈ ਹੋਏਗਾ। ਨੈਕਸਟ ਮੈਟੈਲਿਕ ਨੇ, ਦੈਟਸ ਵਾਈ ਦੇ ਆਰ ਇਲੈਕਟ੍ਰੋਪੋਜ਼ਿਟਿਵ, ਮੀਨਸ ਇਹ ਇਲੈਕਟ੍ਰੋਨ ਲੂਜ਼ ਕਰ ਸਕਦੇ ਆ। ਮੋਸਟ ਆਫ ਦੈਮ ਫਾਰਮਸ ਕਲਰਡ ਕੰਪਾਊਂਡਸ। ਇਹਨਾਂ 'ਚੋਂ ਕਾਫੀ ਸਾਰੇ ਐਲੀਮੈਂਟਸ ਇੱਦਾਂ ਦੇ ਨੇ ਜਦੋਂ ਇਹ ਕੰਬਾਈਨਡ ਸਟੇਟ ਦੇ ਵਿੱਚ ਆਉਣਗੇ ਤਾਂ ਉਹ ਕਲਰਫੁਲ ਕੰਪਾਊਂਡਸ ਬਣਾਉਣਗੇ। ਇਹਨਾਂ ਦੀ ਕੰਪਲੈਕਸ ਕੰਪਾਊਂਡਸ ਬਣਾਉਣ ਦੀ ਟੈਂਡੈਂਸੀ ਬਹੁਤ ਗੁੱਡ ਹੈ। ਕੰਪਲੈਕਸ ਕੰਪਾਊਂਡਸ ਅਗਲਾ ਚੈਪਟਰ ਹੈ, ਆਪਾਂ ਉਹ ਵੀ ਕਰਨਾ ਹੈ। ਆਪਣੇ ਕੋਲੇ ਦੋ ਤਰ੍ਹਾਂ ਦੇ ਸਾਲਟ ਨੇ। ਅਗਰ ਦੋਨੇ ਤਰ੍ਹਾਂ ਦੇ ਸਾਲਟਸ ਨੂੰ ਆਪਾਂ ਮਿਕਸ ਕਰ ਦਈਏ, ਮਿਕਸ ਕਰਨ ਤੋਂ ਬਾਅਦ ਇੱਕ ਨਵੀਂ ਚੀਜ਼ ਬਣ ਜਾਂਦੀ ਹੈ ਜਿਹਨੂੰ ਆਪਾਂ ਕੰਪਲੀਟਲੀ ਆਇਓਨਾਈਜ਼ ਨਹੀਂ ਕਰ ਸਕਦੇ। ਉਹਨੂੰ ਆਪਾਂ ਬੋਲਦੇ ਹਾਂ ਕੰਪਲੈਕਸ ਕੰਪਾਊਂਡਸ। ਅਗਰ ਮਿਕਸ ਕਰਨ 'ਤੇ ਇੱਕ ਇੱਦਾਂ ਦੀ ਚੀਜ਼ ਬਣ ਜਾਵੇ, ਇੱਦਾਂ ਦਾ ਸਬਸਟੈਂਸ ਬਣ ਜਾਵੇ ਜਿਹੜਾ ਪੂਰੀ ਤਰ੍ਹਾਂ ਆਇਓਨਾਈਜ਼ ਹੋ ਸਕਦਾ, ਉਹਨੂੰ ਬੋਲਦੇ ਆਪਾਂ ਡਬਲ ਸਾਲਟ। ਤਾਂ ਦੋ ਤਰ੍ਹਾਂ ਦੇ ਕੰਪਲੈਕਸ ਕੰਪਾਊਂਡਸ ਨੇ ਆਪਣੇ ਕੋਲੇ। ਇੱਕ ਤਾਂ ਕੋਆਰਡੀਨੇਸ਼ਨ ਕੰਪਾਊਂਡਸ ਜਾਂ ਜਿਹਨੂੰ ਸਿੰਪਲੀ ਕੰਪਲੈਕਸ ਕੰਪਾਊਂਡ ਬੋਲਿਆ ਜਾਂਦਾ। ਇੱਕ ਹੁੰਦੇ ਨੇ ਡਬਲ ਸਾਲਟ। ਦੋ ਸਾਲਟ ਲੈਤੇ, ਮਿਕਸ ਕੀਤਾ, ਇੱਕ ਚੀਜ਼ ਬਣੀ। ਅਗਰ ਉਹ ਕੰਪਲੀਟਲੀ ਆਇਓਨਾਈਜ਼ ਹੋ ਰਹੀ ਹੈ ਡਬਲ ਸਾਲਟ ਹੈ, ਨਹੀਂ ਹੋ ਰਹੀ ਕੰਪਲੀਟਲੀ ਆਇਓਨਾਈਜ਼, ਇਟ ਮੀਨਸ ਉਹ ਕੰਪਲੈਕਸ ਕੰਪਾਊਂਡ ਹੈ। ਤਾਂ ਇਹਨਾਂ ਦੀ ਕੰਪਲੈਕਸ ਕੰਪਾਊਂਡ ਬਣਾਉਣ ਦੀ ਟੈਂਡੈਂਸੀ ਗੁੱਡ ਹੈ। ਨੈਕਸਟ ਸੈਵਰਲ ਆਕਸੀਡੇਸ਼ਨ ਸਟੇਟਸ ਇਹ ਸ਼ੋਅ ਕਰਦੇ ਆ। ਕਾਫੀ ਸਾਰੀਆਂ ਆਕਸੀਡੇਸ਼ਨ ਸਟੇਟਸ ਇਹਨਾਂ ਦੀਆਂ ਐਗਜ਼ਿਸਟ ਕਰਦੀਆਂ, ਜਿਵੇਂ ਮੈਂਗਨੀਜ਼ ਦੀ +7 ਤੱਕ ਸਟੇਟ ਐਗਜ਼ਿਸਟ ਕਰਦੀ ਹੈ, +1 ਤੋਂ ਲੈ ਕੇ। ਸੋਲਿਡ ਸੋਲਿਊਸ਼ਨਸ ਇਹ ਬਣਾ ਸਕਦੇ ਆ ਕਿਉਂਕਿ ਆਪਾਂ ਨੇ ਪਿਛਲੇ ਚੈਪਟਰ ਦੇ ਵਿੱਚ ਮੇਰਾ ਖਿਆਲ ਕੀਤਾ ਸੀ ਸਰਫੇਸ ਕੈਮਿਸਟਰੀ ਦੇ ਵਿੱਚ ਸੋਲਿਡ ਸੋਲਿਊਸ਼ਨਸ। ਅਗਰ ਆਪਣੇ ਕੋਲ ਸਲਿਊਟ ਐਂਡ ਸੋਲਵੈਂਟ ਦੋਨੋਂ ਹੀ ਸੋਲਿਡ ਫਾਰਮ 'ਚ ਨੇ ਤਾਂ ਉਹ ਬਣ ਜਾਂਦਾ ਸੋਲਿਡ ਸੋਲਿਊਸ਼ਨ। ਅਤੇ ਇਹ ਜ਼ਿਆਦਾ ਸੋਲਿਡ ਸੋਲਿਊਸ਼ਨ ਬਣਾਉਣ ਦੇ ਕੈਪੇਬਲ ਨੇ। ਕੈਟਲਿਸਟ ਦੇ ਤੌਰ 'ਤੇ ਇਹ ਜ਼ਿਆਦਾ ਯੂਜ਼ ਹੁੰਦੇ ਨੇ। ਇਹਨਾਂ ਦੀਆਂ ਕੈਟਲਿਟਿਕ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਕਾਫੀ ਗੁੱਡ ਨੇ। ਕਈ ਢੰਗਾਂ ਨਾਲ ਇਹ ਐਜ਼ ਏ ਕੈਟਲਿਸਟ ਕੰਮ ਕਰਦੇ ਨੇ, ਜਿਵੇਂ ਸਰਫੇਸ ਏਰੀਆ ਪ੍ਰੋਵਾਈਡ ਕਰਕੇ ਜਾਂ ਆਪਣੀ ਆਕਸੀਡੇਸ਼ਨ ਸਟੇਟ ਚੇਂਜ ਕਰਕੇ ਜਾਂ ਇਹ ਰਿਐਕਸ਼ਨ ਦੇ ਵਿੱਚ ਇੰਟਰਮੀਡੀਏਟਸ ਬਣਾ ਕੇ। ਤਾਂ ਕਈ ਢੰਗਾਂ ਨਾਲ ਇਹ ਐਜ਼ ਏ ਕੈਟਲਿਸਟ ਕੰਮ ਕਰਦੇ ਨੇ। ਨੈਕਸਟ ਹੈ ਇਹਨਾਂ ਦੀ ਜਿਹੜੀ ਡੈਂਸਿਟੀ ਹੈ ਉਹ ਐਸ ਬਲਾਕ ਨਾਲੋਂ ਜ਼ਿਆਦਾ ਹੁੰਦੀ ਹੈ, ਯਾਨੀ ਕਿ ਗਰੁੱਪ ਫਸਟ ਅਤੇ ਗਰੁੱਪ ਸੈਕਿੰਡ ਦੇ ਵਿੱਚੋਂ ਸੈਕਿੰਡ ਦੇ ਨਾਲੋਂ ਜਿਹੜੇ ਡੀ ਬਲਾਕ ਐਲੀਮੈਂਟਸ ਨੇ ਇਹਨਾਂ ਦੀ ਜਿਹੜੀ ਡੈਂਸਿਟੀ ਹੈ ਉਹ ਹਾਈ ਹੈ। ਮਰਕਰੀ ਨੂੰ ਛੱਡ ਦਈਏ, ਜੇ ਆਪਾਂ ਮਰਕਰੀ ਨੂੰ ਛੱਡ ਦਈਏ ਤਾਂ ਬਾਕੀ ਸਾਰੇ ਐਲੀਮੈਂਟਸ ਸੋਲਿਡ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਨੇ ਰੂਮ ਟੈਂਪਰੇਚਰ ਦੇ ਉੱਪਰ, ਬਟ ਮਰਕਰੀ ਹੁੰਦੀ ਹੈ ਜਿਹੜੀ ਉਹ ਲਿਕੁਇਡ ਫਾਰਮ 'ਚ ਐਗਜ਼ਿਸਟ ਕਰਦੀ ਹੈ। ਦੈਟਸ ਵਾਈ ਮਰਕਰੀ ਨੂੰ ਯੂਜ਼ ਕੀਤਾ ਜਾਂਦਾ ਹੈ ਅਲੱਗ-ਅਲੱਗ ਪਰਪਸ ਦੇ ਲਈ, ਖਾਸ ਕਰਕੇ ਥਰਮੋਮੀਟਰ ਦੇ ਵਿੱਚ। ਓਕੇ, ਨਾਓ ਨੈਕਸਟ ਇਹਨਾਂ ਦੀਆਂ ਮੇਨ ਪ੍ਰੋਪਰਟੀਜ਼। ਪਹਿਲਾ ਹੈਗਾ ਅਟੋਮਿਕ ਰੇਡੀਆਈ। ਅਟੋਮਿਕ ਰੇਡੀਅਸ ਹੁੰਦਾ ਹੈ ਸੈਂਟਰ ਆਫ ਦਾ ਨਿਊਕਲੀਅਸ ਤੋਂ ਲਾਸਟ ਸ਼ੈਲ ਤੱਕ ਜਿਹੜੀ ਡਿਸਟੈਂਸ ਹੈ, ਦੈਟ ਇਜ਼ ਅਟੋਮਿਕ ਰੇਡੀਅਸ। ਓਕੇ, ਜਦੋਂ ਆਪਾਂ ਇੱਕ ਸੀਰੀਜ਼ ਦੇ ਵਿੱਚ ਮੂਵ ਕਰਦੇ ਹਾਂ, ਜਿਹੜਾ ਅਟੋਮਿਕ ਰੇਡੀਅਸ ਹੈ ਪਹਿਲਾਂ ਡਿਕਰੀਜ਼ ਕਰਦਾ ਹੈ, ਠੀਕ ਹੈ, ਫਿਰ ਕੌਨਸਟੈਂਟ ਹੋ ਜਾਂਦਾ ਹੈ ਐਂਡ ਦੈਨ ਇਨਕਰੀਜ਼ ਕਰਨ ਲੱਗ ਜਾਂਦਾ। ਸੋ ਇਨ ਦਾ ਸਟਾਰਟਿੰਗ ਆਫ ਦਾ ਸੀਰੀਜ਼ ਇਹ ਡਿਕਰੀਜ਼ ਕਰਦਾ ਹੈ, ਫਿਰ ਰਿਮੇਨਸ ਕੌਨਸਟੈਂਟ ਹੋ ਜਾਂਦਾ ਹੈ ਐਂਡ ਦੈਨ ਇਨਕਰੀਜ਼ ਕਰਦਾ ਹੈ। ਅਗਰ ਆਪਾਂ ਅਟੋਮਿਕ ਰੇਡੀਆਈ ਦਾ ਅਟੋਮਿਕ ਨੰਬਰ ਦੇ ਨਾਲ ਗ੍ਰਾਫ ਪਲਾਟ ਕਰਾਂਗੇ ਤਾਂ ਇੱਦਾਂ ਦਾ ਗ੍ਰਾਫ ਆਏਗਾ। ਪਹਿਲਾਂ ਸਾਈਜ਼ ਡਿਕਰੀਜ਼ ਕਰਦਾ ਹੈ, ਫਿਰ ਆਲਮੋਸਟ ਕੌਨਸਟੈਂਟ ਹੋ ਜਾਂਦਾ, ਫਿਰ ਇਨਕਰੀਜ਼ ਕਰਦਾ ਹੈ। ਇਹਦਾ ਕਾਰਨ ਕੀ ਹੈ? ਅਗਰ ਕਾਰਨ ਦੇਖੀਏ ਤਾਂ ਕਾਰਨ ਦੇ ਲਈ ਦੋ ਫੈਕਟਰਸ ਰਿਸਪੌਂਸੀਬਲ ਨੇ। ਪਹਿਲਾ ਨਿਊਕਲੀਅਰ ਚਾਰਜ ਹੈ, ਦੂਸਰਾ ਸ਼ੀਲਡਿੰਗ ਇਫੈਕਟ ਹੈ। ਓਕੇ, ਆਪਾਂ ਇਲੈਕਟ੍ਰੋਨ 3D ਦੇ ਵਿੱਚ ਫਿਲ ਕਰ ਰਹੇ ਹਾਂ, ਲਗਾਤਾਰ ਆਪਾਂ ਅੰਦਰਲੇ ਆਰਬਿਟਲਸ ਦੇ ਵਿੱਚ ਇਲੈਕਟ੍ਰੋਨ ਫਿਲ ਕਰ ਰਹੇ ਹਾਂ। ਇਟ ਮੀਨਸ ਬਾਹਰਲੇ ਸ਼ੈਲ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਨੇ ਉਹ ਨਿਊਕਲੀਅਸ ਤੋਂ ਦੂਰ ਹੁੰਦੇ ਜਾ ਰਹੇ ਨੇ। ਇਟ ਮੀਨਸ ਜਿੰਨੇ ਇਹ 'ਚ ਇਲੈਕਟ੍ਰੋਨ ਵੱਧ ਫਿਲ ਕਰਾਂਗੇ ਓਨੇ ਇਹ ਇਲੈਕਟ੍ਰੋਨ ਨਿਊਕਲੀਅਸ ਤੋਂ ਦੂਰ ਜਾਣਗੇ, ਸਾਈਜ਼ ਵੱਡਾ ਹੁੰਦਾ ਜਾਏਗਾ। ਨਿਊਕਲੀਅਰ ਚਾਰਜ ਜਿਵੇਂ ਜਿਵੇਂ ਲੈਫਟ ਟੂ ਰਾਈਟ ਆਪਾਂ ਮੂਵ ਕਰਦੇ ਹਾਂ ਤਾਂ ਨਿਊਕਲੀਅਰ ਚਾਰਜ ਵੀ ਇਨਕਰੀਜ਼ ਕਰਦਾ, ਕਿਉਂਕਿ ਆਪਾਂ ਜਿਹੜਾ ਹੈਗਾ ਨੰਬਰ ਆਫ ਪ੍ਰੋਟੋਨ ਜਿਹੜੇ ਹੈਗੇ ਨੇ ਨਿਊਕਲੀਅਸ ਦੇ ਵਿੱਚ ਇਨਕਰੀਜ਼ ਕਰ ਰਹੇ ਹਾਂ। ਤਾਂ ਇਹ ਦੋ ਫੈਕਟਰਸ ਰਿਸਪੌਂਸੀਬਲ ਹੋ ਗਏ, ਇਟ ਮੀਨਸ ਨਿਊਕਲੀਅਰ ਚਾਰਜ ਔਰ ਸ਼ੀਲਡਿੰਗ ਇਫੈਕਟ। ਸਟਾਰਟਿੰਗ ਆਫ ਦਾ ਸੀਰੀਜ਼ ਦੇ ਵਿੱਚ ਕੀ ਹੈ, ਜਦੋਂ ਆਪਾਂ ਸਟਾਰਟ ਕਰਦੇ ਹਾਂ ਤਾਂ ਡੀ ਦੇ ਵਿੱਚ ਇਲੈਕਟ੍ਰੋਨ ਘੱਟ ਫਿਲ ਹੋ ਰਹੇ ਨੇ। ਦੈਟਸ ਵਾਈ ਡੀ ਜਿਹੜਾ ਹੈਗਾ ਉਹ 4s ਨੂੰ ਜ਼ਿਆਦਾ ਸ਼ੀਲਡ ਨਹੀਂ ਕਰ ਪਾਉਂਦਾ। ਇਟ ਮੀਨਸ ਉੱਥੇ ਨਿਊਕਲੀਅਰ ਚਾਰਜ ਸ਼ੀਲਡਿੰਗ ਇਫੈਕਟ ਤੋਂ ਜ਼ਿਆਦਾ ਹੋ ਗਿਆ, ਤਾਂ ਸਾਈਜ਼ ਡਿਕਰੀਜ਼ ਕਰ ਗਿਆ। ਜਿਵੇਂ ਜਿਵੇਂ ਆਪਾਂ ਮਿਡ ਦੇ ਵਿੱਚ ਆਏ, ਇਹਦੇ ਵਿੱਚ ਇਲੈਕਟ੍ਰੋਨਸ ਇੰਨੇ ਕੁ ਜ਼ਿਆਦਾ ਹੋ ਗਏ ਕਿ ਇਹਦਾ ਜਿਹੜਾ ਸ਼ੀਲਡਿੰਗ ਇਫੈਕਟ ਹੈ ਉਹ ਨਿਊਕਲੀਅਰ ਚਾਰਜ ਦੇ ਅਪਰੋਕਸੀਮੇਟਲੀ ਸੇਮ ਹੋ ਗਿਆ। ਤਾਂ ਉੱਥੇ ਜਿਹੜਾ ਸਾਈਜ਼ ਹੈ ਨਾ ਡਿਕਰੀਜ਼ ਕੀਤਾ ਨਾ ਇਨਕਰੀਜ਼ ਕੀਤਾ। ਐਟ ਦਾ ਐਂਡ ਆਫ ਦਾ ਸੀਰੀਜ਼ ਇਹਦੇ ਵਿੱਚ ਇਲੈਕਟ੍ਰੋਨਸ ਜ਼ਿਆਦਾ ਫਿਲ ਕਰਤੇ ਆਪਾਂ ਨੇ, 9-10 ਇਲੈਕਟ੍ਰੋਨਸ ਹੋ ਗਏ।
ਤਾਂ ਇਹਨੇ ਇਹਨੂੰ ਜ਼ਿਆਦਾ ਸ਼ੀਲਡ ਕਰ ਦੇਣਾ। ਦੈਟਸ ਵਾਈ ਸ਼ੀਲਡਿੰਗ ਇਫੈਕਟ ਜ਼ਿਆਦਾ ਹੋ ਗਿਆ ਉੱਥੇ, ਨਿਊਕਲੀਅਰ ਚਾਰਜ ਘੱਟ ਹੋ ਗਿਆ। ਸੋ ਉੱਥੇ ਸਾਈਜ਼ ਕੀ ਕਰ ਗਿਆ, ਇਨਕਰੀਜ਼। ਸ਼ੀਲਡਿੰਗ ਇਫੈਕਟ ਸਾਈਜ਼ ਨੂੰ ਇਨਕਰੀਜ਼ ਕਰੇਗਾ, ਨਿਊਕਲੀਅਰ ਚਾਰਜ ਡਿਕਰੀਜ਼ ਕਰੇਗਾ। ਤੇ ਦੋ ਫੈਕਟਰਸ ਨੇ ਜਿਨ੍ਹਾਂ ਤੇ ਜਿਹੜਾ ਅਟੋਮਿਕ ਰੇਡੀਅਸ ਹੈ ਸਾਈਜ਼ ਔਰ ਡਿਪੈਂਡ ਕਰਦਾ। ਠੀਕ ਹੈ ਜੀ। ਸਟਾਰਟਿੰਗ ਆਫ ਦਾ ਸੀਰੀਜ਼ ਇਹ ਚੀਜ਼ ਹੋਏਗੀ, ਮਿਡ ਆਫ ਦਾ ਸੀਰੀਜ਼ ਇਹ ਵਾਲੀ ਚੀਜ਼ ਹੋਏਗੀ, ਐਂਡ ਆਫ ਦਾ ਸੀਰੀਜ਼ ਇਹ ਵਾਲੀ ਚੀਜ਼ ਹੋਏਗੀ। ਕਲੀਅਰ। ਇੱਥੋਂ ਇਹ ਕੁਐਸਚਨ ਆਉਂਦਾ ਪੱਕਾ, ਦੈਟਸ ਵਾਈ ਤੁਸੀਂ ਕਰ ਲੈਣਾ। ਡਾਊਨ ਦਾ ਗਰੁੱਪ ਮੂਵ ਕਰਦੇ ਹਾਂ ਅਗਰ ਆਪਾਂ ਫਸਟ ਟ੍ਰਾਂਜੀਸ਼ਨ ਸੀਰੀਜ਼ ਤੋਂ ਸੈਕਿੰਡ ਦੇ ਵਿੱਚ, ਤਾਂ ਸਾਈਜ਼ ਓਬਵੀਅਸਲੀ ਇਨਕਰੀਜ਼ ਕਰਦਾ ਹੈ, ਕਿਉਂਕਿ ਡਾਊਨ ਦਾ ਗਰੁੱਪ ਜਾਂਦੇ ਆ ਸ਼ੈਲ ਇਨਕਰੀਜ਼ ਕਰਦੇ ਨੇ, ਦੈਟਸ ਵਾਈ ਸਾਈਜ਼ ਇਨਕਰੀਜ਼ ਕਰਦੇ ਆ। ਬਟ ਅਗਰ ਆਪਾਂ ਥਰਡ, ਸੈਕਿੰਡ ਤੋਂ ਥਰਡ ਦੇ ਵਿੱਚ ਜਾਂ ਥਰਡ ਤੋਂ ਫੋਰਥ ਦੇ ਵਿੱਚ ਜਾਂਦੇ ਹਾਂ ਤਾਂ ਸਾਈਜ਼ ਆਲਮੋਸਟ ਸੇਮ ਰਹਿੰਦਾ ਹੈ। ਸੈਕਿੰਡ ਤੋਂ ਥਰਡ ਦੇ ਵਿੱਚ ਸੇਮ ਰਹਿੰਦਾ ਕਾਰਨ ਲੈਂਥੇਨਾਈਟ ਕੰਟਰੈਕਸ਼ਨ ਹੈ। ਅਗਲਾ ਥਰਡ ਤੋਂ ਫੋਰਥ ਦੇ ਵਿੱਚ ਜਾਂਦੇ ਹਾਂ ਤਾਂ ਉਹਨੂੰ ਐਕਟੀਨਾਈਟ ਕੰਟਰੈਕਸ਼ਨ ਬੋਲਦੇ ਆ। ਇਹ ਆਪਾਂ ਅੱਗੇ ਐਫ ਬਲੌਕ 'ਚ ਕਰਾਂਗੇ। ਇੱਥੇ ਥੋੜਾ ਡਿਫਿਕਲਟ ਵੇ ਨਾਲ ਦਿੱਤਾ ਹੋਇਆ, ਉੱਥੇ ਥੋੜਾ ਸਿੰਪਲ ਵੇ ਨਾਲ ਦਿੱਤਾ ਹੋਏਗਾ, ਦੈਟਸ ਵਾਈ ਆਪਾਂ ਉੱਥੇ ਕਰ ਲਾਂਗੇ ਲੈਂਥੇਨਾਈਟ ਕੰਟਰੈਕਸ਼ਨ ਐਂਡ ਐਕਟੀਨਾਈਟ ਕੰਟਰੈਕਸ਼ਨ। ਤੁਸੀਂ ਸਿਰਫ ਇੱਦਾਂ ਰਿਮਾਈਂਡ ਰੱਖਣਾ ਹੈ, ਯਾਦ ਰੱਖਣਾ ਹੈ ਕਿ ਫਸਟ ਤੋਂ ਸੈਕਿੰਡ ਦੇ ਵਿੱਚ ਜਾਂਦੇ ਸਾਈਜ਼ ਇਨਕਰੀਜ਼ ਕਰਦਾ ਹੈ, ਸੈਕਿੰਡ ਤੋਂ ਥਰਡ, ਥਰਡ ਤੋਂ ਫੋਰਥ ਦੇ ਵਿੱਚ ਜਾਂਦੇ ਸਾਈਜ਼ ਆਲਮੋਸਟ ਸੇਮ ਹੋ ਜਾਂਦਾ। ਨਾ ਨੈਕਸਟ ਇਜ਼ ਆਇਨਾਈਜ਼ੇਸ਼ਨ ਐਨਰਜੀ। ਆਇਨਾਈਜ਼ੇਸ਼ਨ ਐਨਰਜੀ ਹੁੰਦੀ ਹੈ ਐਟਮ ਦੇ ਵਿੱਚੋਂ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਜਿਹੜੀ એનર્ਜੀ ਦਿੱਤੀ ਜਾਂਦੀ ਹੈ, ਦੈਟ ਇਜ਼ ਆਇਓਨਾਈਜੇਸ਼ਨ એનર્ਜੀ। ਓਬਵੀਅਸਲੀ ਅਗਰ ਆਪਾਂ ਇੱਕ ਗਰੁੱਪ ਦੇ ਵਿੱਚ ਪੀਰੀਅਡ ਦੇ ਵਿੱਚ ਮੂਵ ਕਰਦੇ ਆ, ਸਾਈਜ਼ ਡਿਕਰੀਜ਼ ਕਰਨ ਦੇ ਕਰਕੇ ਆਇਓਨਾਈਜੇਸ਼ਨ એનર્ਜੀ ਆਪਾਂ ਬੋਲਦੇ ਸੀ ਇਨਕਰੀਜ਼ ਕਰਦੀ ਹੈ। ਬਟ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਕੀ ਹੁੰਦਾ ਹੈ, ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਸਾਈਜ਼ ਜਿਹੜਾ ਹੈਗਾ ਉਹ ਰੈਗੂਲਰਲੀ ਇਨਕਰੀਜ਼ ਜਾਂ ਡਿਕਰੀਜ਼ ਨਹੀਂ ਕਰਦਾ। ਦੈਟਸ ਵਾਈ ਜਿਹੜੀ ਆਇਓਨਾਈਜੇਸ਼ਨ એનર્ਜੀ ਹੈ ਉਹ ਰੈਗੂਲਰ ਨਹੀਂ ਰਹਿੰਦੀ, ਰੈਗੂਲਰਲੀ ਇਹਦਾ ਕੋਈ ਬਿਹੇਵੀਅਰ ਨਹੀਂ ਹੈਗਾ ਆਇਓਨਾਈਜੇਸ਼ਨ એનર્ਜੀ ਦਾ। ਠੀਕ ਹੈ। ਨਾਓ ਜਿਵੇਂ ਫੋਰ ਐਗਜ਼ਾਮਪਲ ਕਾਪਰ ਹੈ ਅਤੇ ਜ਼ਿੰਕ ਹੈ। ਕਾਪਰ ਦੀ ਜਿਹੜੀ ਆਇਓਨਾਈਜੇਸ਼ਨ એનર્ਜੀ ਹੈ 745 ਕਿਲੋ ਜੂਲ ਪਰ ਮੋਲ ਹੈ, ਬਟ ਜ਼ਿੰਕ ਦੀ ਕਿੰਨੀ ਹੈ 908 ਕਿਲੋ ਜੂਲ ਪਰ ਮੋਲ। ਇੰਨਾ ਜ਼ਿਆਦਾ ਡਿਫਰੈਂਸ ਆ ਜਾਂਦਾ। ਅਗਰ ਆਪਾਂ ਬਾਕੀ ਐਲੀਮੈਂਟਸ ਨਾਲ ਇਹਨਾਂ ਨੂੰ ਕੰਪੇਅਰ ਕਰੀਏ ਤਾਂ ਇਹਦਾ ਤੇ ਬਾਕੀ ਐਲੀਮੈਂਟਸ ਦਾ ਜਿਹੜਾ એનર્ਜੀ ਦਾ ਗੈਪ ਉਹ ਬਹੁਤ ਘੱਟ ਹੈ, ਆਇਓਨਾਈਜੇਸ਼ਨ એનર્ਜੀ ਦਾ ਬਹੁਤ ਘੱਟ ਹੈ, ਮਿਲਦੀ ਜੁਲਦੀ ਹੈ, ਬਟ ਇਹਦਾ ਇੰਨਾ ਜ਼ਿਆਦਾ ਗੈਪ ਆ ਗਿਆ। ਇਸ ਤਰ੍ਹਾਂ ਮਿਡ ਦੇ ਵਿੱਚ ਇੱਕ ਦੋ ਥਾਵਾਂ 'ਤੇ ਇੱਦਾਂ ਦਾ ਹੁੰਦਾ ਹੈ ਜਾਂ ਸਟਾਰਟਿੰਗ ਦੇ ਵਿੱਚ ਇੱਦਾਂ ਦਾ ਹੁੰਦਾ, ਤਾਂ ਇਹਦਾ ਮਤਲਬ ਕਿ ਇਰਰੈਗੂਲਰ ਬਿਹੇਵੀਅਰ ਜੱਤਦਾ ਹੈ। ਠੀਕ ਹੈ, ਕੋਈ ਰੈਗੂਲਰ ਨਹੀਂ ਹੈ ਕਿ ਇੰਨੀ ਕੁ ਜ਼ਿਆਦਾ ਹੀ ਇਨਕਰੀਜ਼ ਕਰੂਗੀ ਜਾਂ ਇੰਨੀ ਕੁ ਜ਼ਿਆਦਾ ਹੀ ਡਿਕਰੀਜ਼ ਕਰੂਗੀ। ਠੀਕ ਹੈ। ਬਟ ਅਗਰ ਆਪਾਂ ਡਾਊਨ ਦਾ ਗਰੁੱਪ ਮੂਵ ਕਰਦੇ ਹਾਂ ਤਾਂ ਇੱਥੋਂ ਕੁਐਸਚਨ ਬਹੁਤ ਬਣਦੇ ਨੇ। ਡਾਊਨ ਦਾ ਗਰੁੱਪ ਅਗਰ ਆਪਾਂ ਮੂਵ ਕਰਦੇ ਹਾਂ, ਦੇਖੋ ਆਪਾਂ ਦੋ ਤਰ੍ਹਾਂ ਦੇ ਐਲੀਮੈਂਟਸ ਲੈ ਲਏ, ਤਿੰਨ ਤਰ੍ਹਾਂ ਦੇ ਐਲੀਮੈਂਟਸ ਲੈ ਲਏ, ਜ਼ਿੰਕ, ਕੈਡਮੀਅਮ, ਮਰਕਰੀ। ਠੀਕ ਹੈ। ਇੱਥੋਂ ਇੱਥੇ ਤੱਕ ਮੂਵ ਕਰਦੇ ਹਾਂ, ਸਾਈਜ਼ ਇਨਕਰੀਜ਼ ਕਰਦਾ, ਆਇਓਨਾਈਜੇਸ਼ਨ એનર્ਜੀ ਡਿਕਰੀਜ਼ ਕਰੇਗੀ। ਓਕੇ। ਕੈਡਮੀਅਮ ਤੋਂ ਮਰਕਰੀ ਤੱਕ ਜਾਂਦੇ ਹਾਂ, ਸਾਈਜ਼ ਆਲਮੋਸਟ ਸੇਮ ਰਹਿੰਦਾ, ਆਪਾਂ ਨੇ ਬੋਲਿਆ ਲੈਂਥੇਨਾਈਟ ਕੰਟਰੈਕਸ਼ਨ ਹੋ ਜਾਂਦੀ ਹੈ। ਠੀਕ ਹੈ। ਸਾਈਜ਼ ਆਲਮੋਸਟ ਸੇਮ ਰਹਿੰਦਾ ਹੈ, ਸਾਈਜ਼ ਤਾਂ ਸੇਮ ਹੋ ਗਿਆ, ਬਟ ਇਹਦਾ ਨਿਊਕਲੀਅਰ ਚਾਰਜ ਤਾਂ ਵੱਧ ਹੈ ਨਾ। ਸਾਈਜ਼ ਇਹਨਾਂ ਦੋਨਾਂ ਦਾ ਸੇਮ ਹੈ, ਬਟ ਇਹਦਾ ਨਿਊਕਲੀਅਰ ਚਾਰਜ ਤਾਂ ਇਹਨੂੰ ਵੱਧ ਹੈ। ਇਟ ਮੀਨਸ ਨਿਊਕਲੀਅਰ ਚਾਰਜ ਵਧਣ ਦਾ ਕਰਕੇ ਇਹਦੀ ਆਇਓਨਾਈਜੇਸ਼ਨ એનર્ਜੀ ਇਨਕਰੀਜ਼ ਕਰ ਗਈ। ਇਹਦੀ ਆਇਓਨਾਈਜੇਸ਼ਨ એનર્ਜੀ ਇੰਨੀ ਜ਼ਿਆਦਾ ਇਨਕਰੀਜ਼ ਕਰ ਜਾਂਦੀ ਹੈ ਕਿ ਉਹ ਜ਼ਿੰਕ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਹੈ। ਸੋ ਡਾਊਨ ਦਾ ਗਰੁੱਪ ਅਗਰ ਆਪਾਂ ਇਹਨਾਂ ਟ੍ਰਾਂਜੀਸ਼ਨ ਸੀਰੀਜ਼ ਦੇ ਵਿੱਚ ਗੱਲ ਕਰੀਏ ਤਾਂ ਕੋਈ ਰੈਗੂਲਰ ਬਿਹੇਵੀਅਰ ਨਹੀਂ ਹੈਗਾ ਆਇਓਨਾਈਜੇਸ਼ਨ એનર્ਜੀ ਦਾ। ਕਿੱਦਾਂ ਵੇਰੀ ਕਰਦੀ ਹੈ, ਕੈਡਮੀਅਮ ਦੀ ਆਇਓਨਾਈਜੇਸ਼ਨ એનર્ਜੀ ਸਾਰਿਆਂ ਨਾਲੋਂ ਘੱਟ, ਉਹਦੇ ਨਾਲ ਵੱਧ ਜ਼ਿੰਕ ਦੀ, ਫਿਰ ਉਹਦੇ ਨਾਲ ਵੱਧ ਮਰਕਰੀ ਦੀ। ਹਰੇਕ ਜਿਹੜਾ ਹੈਗਾ ਗਰੁੱਪ ਦੇ ਵਿੱਚ ਇੱਦਾਂ ਹੀ ਵੇਰੀਏਸ਼ਨ ਆਏਗੀ। ਠੀਕ ਹੈ। ਤਾਂ ਇੱਥੋਂ ਇੱਕ ਤਾਂ ਇਹ ਕੁਐਸਚਨ ਆ ਸਕਦਾ, ਇੱਕ ਨਿਕਲ ਪਲੈਟੀਨਮ ਦਾ ਆ ਸਕਦਾ, ਕਾਪਰ ਸਿਲਵਰ ਗੋਲਡ ਦਾ ਆ ਸਕਦਾ। ਤਾਂ ਤਿੰਨ ਤਰ੍ਹਾਂ ਦੇ ਕੁਐਸਚਨਸ ਇੱਥੋਂ ਹੋ ਸਕਦੇ ਨੇ। ਸੇਮ ਡਿਟੋ, ਜਿਹੜਾ ਵਿਚਕਾਰਲਾ ਐਲੀਮੈਂਟ ਆ ਉਹਦੀ ਆਇਓਨਾਈਜੇਸ਼ਨ એનર્ਜੀ ਲੋਐਸਟ ਹੋਏਗੀ, ਫਿਰ ਜਿਹੜਾ ਉੱਪਰਲਾ ਐਲੀਮੈਂਟ ਆ ਉਹਦੀ એનર્ਜੀ ਹੋਏਗੀ, ਫਿਰ ਲਾਸਟ ਵਾਲੇ ਦੀ એનર્ਜੀ ਹੋਏਗੀ। ਠੀਕ ਹੈ। ਉਹਦਾ ਰੀਜ਼ਨ ਕੀ ਹੈ, ਦੇਖੋ ਪਹਿਲੇ ਦੋਨੇ ਤਾਂ ਸਮਝ ਆ ਰਹੇ ਨੇ। ਜਿਹੜਾ ਲਾਸਟ ਵਾਲਾ ਹੈ ਉਹਦਾ ਸਾਈਜ਼ ਸੈਕਿੰਡ ਦੇ ਅਪਰੋਕਸੀਮੇਟਲੀ ਸੇਮ ਹੈ, ਬਟ ਚਾਰਜ ਜ਼ਿਆਦਾ ਹੋਣ ਦੇ ਕਰਕੇ ਉਹਦੀ ਆਇਓਨਾਈਜੇਸ਼ਨ એનર્ਜੀ ਇਨਕਰੀਜ਼ ਕਰ ਜਾਂਦੀ ਹੈ। ਹਾਂ ਨੈਕਸਟ ਹੈਗਾ ਮੈਟੈਲਿਕ ਕਰੈਕਟਰ ਐਂਡ ਐਂਥੈਲਪੀ ਆਫ ਐਟਮਾਈਜੇਸ਼ਨ। ਦੇਖੋ ਜਿਹੜਾ ਮੈਟੈਲਿਕ ਕਰੈਕਟਰ ਹੈ, ਮੈਟੈਲਿਕ ਕਰੈਕਟਰ ਉਹ ਕਾਹਦੇ ਕਰਕੇ ਆਉਂਦਾ ਹੈ, ਜਾਂ ਐਂਥੈਲਪੀ ਆਫ ਐਟਮਾਈਜੇਸ਼ਨ ਕਾਹਦੇ ਕਰਕੇ ਹੈ, ਜਾਂ ਜਿੰਨੀਆਂ ਵੀ ਮੈਟੈਲਿਕ ਪ੍ਰੋਪਰਟੀਜ਼ ਨੇ ਉਹ ਕਾਹਦੇ ਕਰਕੇ ਹੈ। ਦੇਖੋ ਜਦੋਂ ਆਪਾਂ ਇਹਦੇ ਵਿੱਚ ਇਲੈਕਟ੍ਰੋਨ ਫਿਲ ਕਰਦੇ ਹਾਂ ਡੀ ਸਬਸ਼ੈਲ ਦੇ ਵਿੱਚ, ਤਾਂ ਉਹਦੇ ਵਿੱਚ ਕਾਫੀ ਸਾਰੇ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਆ ਜਾਂਦੇ ਨੇ। ਦੇਖੋ ਜਿੰਨੇ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਜ਼ਿਆਦਾ ਹੋਣਗੇ, ਓਨੀ ਉਹ ਐਲੀਮੈਂਟ ਜ਼ਿਆਦਾ ਆਪਣੇ ਨਾਲ ਲੱਗਵੇਂ ਐਲੀਮੈਂਟਸ ਨਾਲ ਬੌਂਡਿੰਗ ਕਰ ਸਕਦਾ ਹੈ। ਠੀਕ ਹੈ। ਉਹਨੇ ਜ਼ਿਆਦਾ ਨੰਬਰ ਆਫ ਬੌਂਡਸ ਉਹ ਬਣਾ ਸਕਦਾ ਹੈ। ਕਿਹੜੇ ਬੌਂਡਸ, ਕੋਵਲੈਂਟ ਬੌਂਡਸ। ਦੈਟਸ ਵਾਈ ਉਹਦੇ ਵਿੱਚ ਓਨਾ ਹੀ ਮੈਟੈਲਿਕ ਕਰੈਕਟਰ ਜ਼ਿਆਦਾ ਹੋਏਗਾ। ਇਟ ਮੀਨਸ ਜਦੋਂ ਆਪਾਂ ਸੀਰੀਜ਼ ਦੇ ਵਿੱਚ ਮੂਵ ਕਰਦੇ ਹਾਂ, ਅਨਪੇਅਰਡ ਇਲੈਕਟ੍ਰੋਨਸ ਇਨਕਰੀਜ਼ ਕਰਦੇ ਨੇ, ਫਿਰ ਡਿਕਰੀਜ਼ ਕਰਦੇ ਨੇ। ਇਟ ਮੀਨਸ ਪਹਿਲਾਂ ਇਨਕਰੀਜ਼ ਕਰਦਾ ਮੈਟੈਲਿਕ ਕਰੈਕਟਰ, ਫਿਰ ਡਿਕਰੀਜ਼ ਕਰਦਾ। ਜਿੰਨੇ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਜ਼ਿਆਦਾ ਹੋਣਗੇ, ਓਨੇ ਹੀ ਨੰਬਰ ਆਫ ਕੋਵਲੈਂਟ ਬੌਂਡਸ ਜ਼ਿਆਦਾ ਬਣਨਗੇ। ਇਟ ਮੀਨਸ ਓਨੀ ਹੀ ਐਂਥੈਲਪੀ ਆਫ ਐਟਮਾਈਜੇਸ਼ਨ ਜ਼ਿਆਦਾ ਹੋਏਗੀ। ਓਕੇ। ਨੈਕਸਟ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਮੈਲਟਿੰਗ ਐਂਡ ਬੋਇਲਿੰਗ ਪੁਆਇੰਟ ਵੀ ਨੰਬਰ ਆਫ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ 'ਤੇ ਡਿਪੈਂਡ ਕਰਦਾ, ਨੰਬਰ ਆਫ ਅਨਪੇਅਰਡ ਇਲੈਕਟ੍ਰੋਨਸ 'ਤੇ ਡਿਪੈਂਡ ਕਰਦਾ।
ਮੈਲਟਿੰਗ ਬੋਇਲਿੰਗ ਪੁਆਇੰਟ ਦਾ ਅਗਰ ਅਟੋਮਿਕ ਨੰਬਰ ਦੇ ਨਾਲ ਗ੍ਰਾਫ ਪਲਾਟ ਕੀਤਾ ਜਾਵੇ ਇੱਕ ਸੀਰੀਜ਼ ਦਾ, ਤਾਂ ਪਹਿਲਾਂ ਮੈਲਟਿੰਗ ਬੋਇਲਿੰਗ ਪੁਆਇੰਟ ਇਨਕਰੀਜ਼ ਕਰਦਾ, ਮੈਕਸਿਮਮ ਤੱਕ ਜਾਂਦਾ, ਫਿਰ ਡਿਕਰੀਜ਼ ਕਰਦਾ। ਕਾਰਨ ਕੀ ਹੈ? ਕਿਉਂਕਿ ਦੇਖੋ ਜਦੋਂ ਆਪਾਂ ਮਿਡ ਦੇ ਵਿੱਚ ਜਾਂਦੇ ਆ, ਦੇਖੋ ਮਿਡ ਤੱਕ ਜਾਂਦੇ ਆ ਤਾਂ ਜਿਹੜੇ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਨੇ ਉਹ ਇਨਕਰੀਜ਼ ਕਰਦੇ ਨੇ। ਇਹਦਾ ਮਤਲਬ ਬੌਂਡਿੰਗ ਇਨਕਰੀਜ਼ ਕਰੇਗੀ, ਇਹਦਾ ਮਤਲਬ ਉਹ ਹਾਰਡ ਹੋਏਗਾ, ਮੈਲਟਿੰਗ ਬੋਇਲਿੰਗ ਪੁਆਇੰਟ ਦਾ ਹਾਈ ਹੋਏਗਾ। ਬਟ ਇਸ ਤੋਂ ਬਾਅਦ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਡਿਕਰੀਜ਼ ਕਰਦੇ ਨੇ, ਬੌਂਡਿੰਗ ਵੀਕ ਹੁੰਦੀ ਜਾਂਦੀ ਹੈ, ਮੈਲਟਿੰਗ ਬੋਇਲਿੰਗ ਪੁਆਇੰਟ ਵੀ ਡਿਕਰੀਜ਼ ਹੁੰਦਾ ਜਾਂਦਾ ਹੈ। ਠੀਕ ਹੈ ਜੀ। ਨਾਓ ਨੈਕਸਟ ਹੈਗਾ ਆਕਸੀਡੇਸ਼ਨ ਸਟੇਟ। ਜਿਹੜੇ ਡੀ ਬਲੌਕ ਐਲੀਮੈਂਟਸ ਨੇ, ਇੱਥੋਂ ਇੱਕ ਕੁਐਸਚਨ ਆਉਂਦਾ ਕਿ ਵੇਰੀਏਬਲ ਆਕਸੀਡੇਸ਼ਨ ਸਟੇਟਸ ਐਗਜ਼ਿਸਟ ਕਰਦੇ ਇਹਨਾਂ ਦੀ ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ ਡੀ ਸਬਸ਼ੈਲ ਹੈ ਉਹ ਆਪਾਂ ਗ੍ਰੈਜੂਅਲੀ ਫਿਲ ਕਰ ਰਹੇ ਹਾਂ, ਡੀ ਸਬਸ਼ੈਲ ਨੂੰ ਆਪਾਂ ਗ੍ਰੈਜੂਅਲੀ ਫਿਲ ਕਰ ਰਹੇ ਹਾਂ। ਦੈਟਸ ਵਾਈ ਇਹਨਾਂ ਦੀਆਂ ਵੇਰੀਏਬਲ ਆਕਸੀਡੇਸ਼ਨ ਸਟੇਟਸ ਐਗਜ਼ਿਸਟ ਕਰਦੀਆਂ ਨੇ। ਜਿਵੇਂ ਸਕੈਂਡੀਅਮ ਦੀ +3 ਹੈ, ਟਾਈਟੇਨੀਅਮ ਦੀਆਂ 3 ਹੋ ਗਈਆਂ, ਫਿਰ ਵਨੈਂਡੀਅਮ ਦੀਆਂ ਗਰੁੱਪ ਟੇਬਲ ਬਣਾ ਕੇ ਦਿੱਤਾ ਹੋਇਆ ਕਾਪੀ ਦੇ ਬੁੱਕ ਦੇ ਉੱਪਰ। ਮੈਂਗਨੀਜ਼ ਦੀ ਹੋ ਗਈ +2 ਤੋਂ +7 ਤੱਕ, ਆਇਰਨ ਦੀਆਂ ਹੋ ਗਈਆਂ, ਕੋਬਾਲਟ, ਨਿਕਲ, ਕਾਪਰ, ਜ਼ਿੰਕ, ਸਾਰਿਆਂ ਦੀਆਂ ਆਕਸੀਡੇਸ਼ਨ ਸਟੇਟਸ ਇੱਥੇ ਲਿਖੀਆਂ ਹੋਈਆਂ ਨੇ। ਓਕੇ ਨਾ ਇਹਦੇ ਵਿੱਚ N-1 ਡੀ ਸਬਸ਼ੈਲ ਤੇ NS ਸਬਸ਼ੈਲ, ਇਹਦੇ ਵਿੱਚ ਇੱਕ ਤਾਂ એનર્ਜੀ ਗੈਪ ਘੱਟ ਆ, ਇੱਕ ਆਪਾਂ N-1 ਡੀ ਦੇ ਵਿੱਚ ਰੈਗੂਲਰਲੀ ਇਲੈਕਟ੍ਰੋਨ ਫਿਲ ਕਰ ਰਹੇ ਹਾਂ। ਦੈਟਸ ਵਾਈ ਇਹਨਾਂ ਦੀਆਂ ਵੇਰੀਏਬਲ ਆਕਸੀਡੇਸ਼ਨ ਸਟੇਟਸ ਐਗਜ਼ਿਸਟ ਕਰਦੀਆਂ ਨੇ, ਕਿਉਂਕਿ ਡੀ ਦੇ ਵਿੱਚ ਮੈਕਸਿਮਮ 10 ਇਲੈਕਟ੍ਰੋਨ ਆਪਾਂ ਫਿਲ ਕਰ ਸਕਦੇ ਹਾਂ। ਠੀਕ ਹੈ, ਡੀ ਤੇ ਐਸ ਦੇ ਇਲੈਕਟ੍ਰੋਨ ਇੱਧਰ ਉੱਧਰ ਟ੍ਰਾਂਸਫਰ ਕਰਦੇ ਰਹਿੰਦੇ ਨੇ। ਦੈਟਸ ਵਾਈ ਇਹਨਾਂ ਦੀਆਂ ਵੇਰੀਏਬਲ ਸਟੇਟਸ ਨੇ ਜਿਹੜੀਆਂ ਉਹ ਐਗਜ਼ਿਸਟ ਕਰ ਸਕਦੀਆਂ ਨੇ। ਨੈਕਸਟ ਆ ਗਿਆ ਫਾਰਮੇਸ਼ਨ ਆਫ ਕਲਰਡ ਆਇਨਸ। ਮੋਸਟ ਇੰਪੋਰਟੈਂਟ ਜਿਹੜੀ ਪ੍ਰੋਪਰਟੀ ਆ ਉਹ ਇਹ ਹੈ, ਇਹਦੇ ਵਿੱਚ ਕੁਐਸਚਨ ਹਮੇਸ਼ਾ ਪੁੱਛਿਆ ਹੀ ਜਾਂਦਾ ਹੈ। ਜਿਹੜੇ ਕੰਪਲੈਕਸ ਜਿਹੜੇ ਟ੍ਰਾਂਜੀਸ਼ਨ ਐਲੀਮੈਂਟਸ ਨੇ ਉਹ ਕੰਪਲੈਕਸ ਕੰਪਾਊਂਡਸ ਬਣਾਉਂਦੇ ਨੇ। ਉਹਨਾਂ 'ਚ ਜਿਹੜੇ ਕੰਪਲੈਕਸ ਕੰਪਾਊਂਡਸ ਨੇ ਉਹ ਕਾਫੀ ਕਲਰਡ ਵੀ ਹੁੰਦੇ ਨੇ। ਇਟ ਮੀਨਸ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਟ੍ਰਾਂਜੀਸ਼ਨ ਐਲੀਮੈਂਟਸ ਨੇ ਉਹ ਕਲਰਡ ਕੰਪਾਊਂਡਸ ਬਣਾ ਕੇ ਦਿੰਦੇ ਨੇ ਆਪਾਂ ਨੂੰ, ਕਲਰਡ ਕੰਪਾਊਂਡਸ ਬਣਾਉਂਦੇ ਨੇ, ਤਿਆਰ ਕਰਦੇ ਨੇ। ਕਲਰਡ ਕੰਪਾਊਂਡ ਕਿਵੇਂ ਬਣਦੇ ਨੇ? ਦੈਟ ਇਜ਼ ਡਿਊ ਟੂ ਡੀ ਟ੍ਰਾਂਜੀਸ਼ਨ। ਹੁਣ ਡੀ ਟ੍ਰਾਂਜੀਸ਼ਨ ਕੀ ਹੋਏਗੀ? ਜਿਹੜਾ ਡੀ ਬਲੌਕ ਦਾ ਕੋਈ ਵੀ ਐਲੀਮੈਂਟ ਹੈ ਉਹਦੇ ਵਿੱਚ ਇੱਦਾਂ ਡੀ ਸਬਸ਼ੈਲ ਪ੍ਰੈਜ਼ੈਂਟ ਹੈ। ਜਦੋਂ ਜਿਹੜੇ ਉਹਦੇ ਨਾਲ ਐਟਮਸ ਜਾਂ ਗਰੁੱਪ ਆਫ ਐਟਮਸ ਅਟੈਚ ਕਰਨੇ ਨੇ, ਉਹਦੇ ਨਜ਼ਦੀਕ ਆਉਂਦੇ ਨੇ, ਤਾਂ ਇਹਦਾ ਡੀ ਸਬਸ਼ੈਲ 2 ਪਾਰਟਾਂ ਦੇ ਵਿੱਚ ਸਪਲਿਟ ਕਰ ਜਾਂਦਾ ਹੈ। ਜਾਂ ਤਾਂ 3 ਨੀਚੇ 2 ਉੱਪਰ ਆ ਜਾਣਗੇ, ਜਾਂ 2 ਨੀਚੇ 3 ਉੱਪਰ ਆ ਜਾਣਗੇ। ਇਟ ਮੀਨਸ ਇੱਥੇ એનર્ਜੀ ਦਾ ਗੈਪ ਆ ਗਿਆ। ਇਲੈਕਟ੍ਰੋਨ ਲੋਐਸਟ એનર્ਜੀ ਤੋਂ ਅਪਰ એનર્ਜੀ ਦੇ ਵਿੱਚ ਇੱਕ ਟ੍ਰਾਂਜੀਸ਼ਨ ਕਰ ਸਕਦਾ। ਕਦੋਂ? ਜਦੋਂ ਇਹਦੇ ਤੇ ਵਿਜ਼ੀਬਲ ਲਾਈਟ ਫਾਲ ਕਰਦੀ ਹੈ। ਇਹਦਾ ਮਤਲਬ ਇਹ ਕੰਪਾਊਂਡਸ ਕੀ ਹੋਣਗੇ? ਕਲਰਡ ਹੋਣਗੇ। ਸੋ ਜਦੋਂ ਵੀ ਡੀ ਟ੍ਰਾਂਜੀਸ਼ਨ ਪੋਸੀਬਲ ਹੋਏਗੀ, ਇਹਨੂੰ ਬੋਲਦੇ ਆਪਾਂ ਡੀ ਟ੍ਰਾਂਜੀਸ਼ਨ। ਡੀ ਤੋਂ ਡੀ ਦੇ ਵਿੱਚ ਟ੍ਰਾਂਜੀਸ਼ਨ ਕਰ ਗਿਆ, ਇਹਨੂੰ ਬੋਲਦੇ ਆ ਡੀ ਟ੍ਰਾਂਜੀਸ਼ਨ। ਠੀਕ ਹੈ, ਤਾਂ ਜਦੋਂ ਵੀ ਡੀ ਟ੍ਰਾਂਜੀਸ਼ਨ ਪੋਸੀਬਲ ਹੋਏਗੀ ਤਾਂ ਕਲਰਡ ਕੰਪਾਊਂਡਸ ਬਣਨਗੇ। ਅਗਰ ਡੀ ਟ੍ਰਾਂਜੀਸ਼ਨ ਨਹੀਂ ਹੋਏਗੀ ਤਾਂ ਉਹਦਾ ਕਲਰ ਨਹੀਂ ਹੋਏਗਾ, ਉਹ ਕਲਰਲੈਸ ਕੰਪਾਊਂਡ ਬਣੇਗਾ। ਠੀਕ ਹੈ, ਇਟ ਮੀਨਸ ਅਗਰ ਡੀ ਦੇ ਵਿੱਚ 0 ਇਲੈਕਟ੍ਰੋਨ ਹੈ, ਇਟ ਮੀਨਸ ਅਗਰ ਡੀ ਦੇ ਵਿੱਚ 0 ਇਲੈਕਟ੍ਰੋਨ ਜਾਂ 10 ਇਲੈਕਟ੍ਰੋਨਸ ਨੇ ਤਾਂ ਡੀ ਟ੍ਰਾਂਜੀਸ਼ਨ ਪੋਸੀਬਲ ਨਹੀਂ ਹੈ। ਦੇਖੋ ਜੇ 0 ਇਲੈਕਟ੍ਰੋਨ ਦਾ ਟ੍ਰਾਂਜੀਸ਼ਨ ਤਾਂ ਵੈਸੇ ਹੀ ਨਹੀਂ ਪੋਸੀਬਲ। ਜੇ 10 ਨੇ ਤਾਂ ਇੱਥੋਂ ਅਗਰ ਉੱਪਰ ਟ੍ਰਾਂਜੀਸ਼ਨ ਕਰਵਾਵਾਂਗੇ ਤਾਂ ਉੱਪਰ ਕੋਈ ਆਰਬਿਟਲ ਵਿਹਲਾ ਨਹੀਂ ਹੈਗਾ, ਕਿਉਂਕਿ ਸਾਰਿਆਂ ਦੇ ਵਿੱਚ 2-2 ਇਲੈਕਟ੍ਰੋਨਸ ਹੋ ਜਾਣਗੇ ਅਗਰ ਡੀ 10 ਹੈ। ਸੋ D0 ਤੇ D10 ਜਿਹੜੇ ਕੰਪਾਊਂਡਸ ਹੋਣਗੇ ਉਹ ਕਲਰਲੈਸ ਹੋਣਗੇ। ਜਿਵੇਂ ਸਕੈਂਡੀਅਮ 3 ਪੋਜ਼ਿਟਿਵ ਦਾ ਕੋਈ ਕੰਪਾਊਂਡ ਬਣਿਆ ਹੋਇਆ, ਸਕੈਂਡੀਅਮ ਦਾ 21 ਹੁੰਦਾ, 4s2 3d1 ਹੁੰਦਾ। ਅਗਰ ਆਪਾਂ 3 ਇਲੈਕਟ੍ਰੋਨ ਇਹਦੇ ਵਿੱਚੋਂ ਰਿਮੂਵ ਕਰ ਦਈਏ, 3d0 ਰਹਿ ਗਿਆ। ਇਟ ਮੀਨਸ ਇਹ ਕਲਰਲੈਸ ਕੰਪਾਊਂਡ ਬਣਾਏਗਾ। ਜਿੱਥੇ ਵੀ ਸਕੈਂਡੀਅਮ 3 ਪੋਜ਼ਿਟਿਵ ਐਗਜ਼ਿਸਟ ਕਰਦਾ ਕੰਪਾਊਂਡ ਦੇ ਵਿੱਚ ਤਾਂ ਉਹ ਕੰਪਾਊਂਡ ਕਲਰਲੈਸ ਹੋਏਗਾ। ਸੇਮ ਹੀ ਜ਼ਿੰਕ 2 ਪੋਜ਼ਿਟਿਵ ਹੈ, ਉਹ ਵੀ ਕਲਰਲੈਸ ਹੋਏਗਾ। ਅਗਰ ਇਸ ਤੋਂ ਇਲਾਵਾ ਕੋਈ ਹੋਰ ਨੇ ਤਾਂ ਉਹ ਕੀ ਹੋਣਗੇ? ਕਲਰਫੁਲ ਹੋਣਗੇ। ਓਕੇ, ਇਸ ਤੋਂ ਇਲਾਵਾ ਕੋਈ ਵੀ ਹੋਰ ਹੈ ਤਾਂ ਉਹ ਕੀ ਹੋਣਗੇ? ਕਲਰਫੁਲ। ਨੈਕਸਟ ਆ ਗਿਆ ਮੈਗਨੈਟਿਕ ਪ੍ਰੋਪਰਟੀਜ਼। ਦੇਖੋ ਜਿਹੜੇ ਇਲੈਕਟ੍ਰੋਨਸ ਨੇ, ਇਹ ਨਿਊਕਲੀਅਸ ਹੈ, ਇਹਦੇ ਆਸੇ-ਪਾਸੇ ਇਲੈਕਟ੍ਰੋਨ ਰਿਵੋਲਵ ਕਰਦੇ ਨੇ। ਇੱਕ ਉਹ ਆਪਣੇ ਐਕਸਿਸ ਦੇ ਆਸੇ-ਪਾਸੇ ਸਪਿਨ ਕਰਦੇ ਨੇ। ਕੋਈ ਚਾਰਜ ਪਾਰਟੀਕਲ ਜਦੋਂ ਰਿਵੋਲਵ ਕਰਦਾ ਹੋਵੇ, ਮੂਵ ਕਰਦਾ ਹੋਵੇ, ਤਾਂ ਮੈਗਨੈਟਿਕ ਫੀਲਡ ਜਨਰੇਟ ਕਰਦਾ। ਇਟ ਮੀਨਸ ਜਿਹੜੇ ਇਹ ਸਮਾਲ ਐਟਮਸ ਨੇ ਨਾ ਐਲੀਮੈਂਟਸ ਦੇ, ਉਹ ਇੱਕ ਮੈਗਨੇਟ ਦੀ ਤਰ੍ਹਾਂ ਬਿਹੇਵ ਕਰਦੇ ਆ, ਮੈਗਨੇਟਸ ਨੇ। ਜਦੋਂ ਆਪਾਂ ਇੱਥੇ ਬਾਹਰੋਂ ਐਕਸਟਰਨਲ ਮੈਗਨੈਟਿਕ ਫੀਲਡ ਅਪਲਾਈ ਕਰਾਂਗੇ ਤਾਂ ਉਹ ਆਪਣਾ ਕੋਈ ਨਾ ਕੋਈ ਬਿਹੇਵੀਅਰ ਦੇਣਗੇ। ਜਾਂ ਤਾਂ ਉਹ ਮੈਗਨੈਟਿਕ ਫੀਲਡ ਵੱਲ ਅਟਰੈਕਟ ਹੋ ਜਾਣਗੇ ਜਾਂ ਉਹ ਰਿਪੈਲ ਹੋ ਜਾਣਗੇ। ਅਗਰ ਅਟਰੈਕਟ ਹੋ ਰਹੇ ਨੇ ਇਟ ਮੀਨਸ ਉਹ ਪੈਰਾਮੈਗਨੈਟਿਕ ਨੇ, ਅਗਰ ਰਿਪੈਲ ਹੋ ਰਹੇ ਨੇ ਇਟ ਮੀਨਸ ਉਹ ਡਾਇਆਮੈਗਨੈਟਿਕ ਨੇ। ਠੀਕ ਹੈ ਜੀ। ਅਗਰ ਅਟਰੈਕਟ ਹੋ ਰਹੇ ਨੇ ਇਟ ਮੀਨਸ ਉਹਨਾਂ 'ਚ ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਪ੍ਰੈਜ਼ੈਂਟ ਨੇ। ਅਗਰ ਸਾਰੇ ਦੇ ਸਾਰੇ ਇਲੈਕਟ੍ਰੋਨਸ ਪੇਅਰਡ ਨੇ ਇਟ ਮੀਨਸ ਉਹ ਡਾਇਆਮੈਗਨੈਟਿਕ ਹੈ। ਮੈਗਨੈਟਿਕ ਫੀਲਡ ਇਹਨਾਂ ਦਾ ਸਟੱਡੀ ਕੀਤਾ ਜਾਂਦਾ ਹੈ ਮੈਗਨੈਟਿਕ ਮੂਵਮੈਂਟ ਦੀ ਫੋਰਮ ਦੇ ਵਿੱਚ। ਮੈਗਨੈਟਿਕ ਮੂਵਮੈਂਟ ਨੂੰ ਮਿਊ ਨਾਲ ਲਿਖਿਆ ਜਾਂਦਾ ਹੈ, ਵਿਚ ਇਜ਼ ਇਕੁਅਲ ਟੂ √n+2 bm। bm ਮੀਨਸ ਬੋਹਰ ਮੈਗਨੇਟੋਨ। n ਅਨਪੇਅਰਡ ਨੰਬਰ ਆਫ ਇਲੈਕਟ੍ਰੋਨਸ ਨੇ। ਸਪੋਜ਼ ਕਰ ਲਓ ਤੁਹਾਡੇ ਕੋਲ ਟਾਈਟੇਨੀਅਮ 3 ਪੋਜ਼ਿਟਿਵ ਦਿੱਤਾ ਹੋਇਆ। ਟਾਈਟੇਨੀਅਮ 3 ਪੋਜ਼ਿਟਿਵ ਦੇ ਵਿੱਚ 3d1 ਹੈ, n ਦੀ ਵੈਲਿਊ 1 ਆ ਗਈ, ਮਿਊ ਦੀ ਵੈਲਿਊ ਕਿੰਨੀ ਆ ਗਈ? ਫਿਰ
1 ਪੁੱਟ ਕਰਾਂਗੇ √3 1.73 ਬੋਹਰ ਮੈਗਨੀਟੋਨ ਆ ਗਿਆ। ਕ੍ਰੋਮੀਅਮ 2 ਪੋਜ਼ੀਟਿਵ ਹੈ, ਇਹਦਾ ਵੀ ਐਵੇਂ ਕੱਢ ਲਾਂਗੇ। ਹੁਣ ਤੁਹਾਡੇ ਕੋਲ ਸਪੋਜ਼ ਕਰੋ ਕਾਪਰ 2 ਪੋਜ਼ੀਟਿਵ ਹੈ, 3D9 ਆ ਗਈ ਦੀ ਕਨਫੀਗਰੇਸ਼ਨ, 4s0 ਹੈ, ਮੂਰੇ ਆ ਗਏ ਨੇ। ਇਹ 'ਚ ਅਨਪੇਅਰਡ ਨੰਬਰ ਆਫ ਇਲੈਕਟ੍ਰॉन्स ਕਿਹੜੇ ਨੇ, ਓਨਲੀ 1 ਹੈ। ਇਲੈਕਟ੍ਰॉन ਫਿਲ ਕਰਕੇ ਦੇਖਣੇ ਨੇ, ਫਿਰ ਪਤਾ ਲੱਗੇਗਾ, 9 ਨਹੀਂ ਲਗਾ ਦੇਣੇ। 1 ਆ ਗਿਆ, ਮਿਊ ਦੀ ਵੈਲਿਊ ਕੀ ਆ ਗਈ ਫਿਰ 1.73 ਬੋਹਰ ਮੈਗਨੀਟੋਨ। ਓਕੇ, ਨੈਕਸਟ ਹੈਗਾ ਟੈਂਡੈਂਸੀ ਟੂ ਫਾਰਮ ਕੰਪਲੈਕਸਸ। ਕੰਪਲੈਕਸ ਕੰਪਾਊਂਡ ਬਣਾਉਣ ਦੀ ਇਹਨਾਂ ਦੀ ਟੈਂਡੈਂਸੀ ਹੈ। ਅਗਰ ਕੁਐਸਚਨ ਆ ਜਾਂਦਾ ਹੈ ਤਾਂ ਉਹਦਾ ਰੀਜ਼ਨ ਕੀ ਲਿਖਣਾ ਹੈ, ਇਹਨਾਂ ਦਾ ਸਮਾਲ ਸਾਈਜ਼ ਹੈ, ਹਾਈ ਨਿਊਕਲੀਅਰ ਚਾਰਜ ਹੈ, ਅਵੇਲੇਬਿਲਿਟੀ ਹੈ ਵੇਕੈਂਟ ਡੀ ਆਰਬਿਟਲਸ ਦੀ। ਤਾਂ ਕੋਈ ਵੀ ਇਲੈਕਟ੍ਰੋਨ ਰਿਚ ਐਟਮ ਔਰ ਗਰੁੱਪ ਆਫ ਐਟਮਸ ਇਹਦੇ ਡੀ ਆਰਬਿਟਲਸ ਦੇ ਵਿੱਚ ਇਲੈਕਟ੍ਰੋਨ ਸ਼ੇਅਰ ਕਰਕੇ ਡੋਨੇਟ ਕਰਕੇ ਇਹਦੇ ਨਾਲ ਬੌਂਡਿੰਗ ਕਰ ਸਕਦਾ ਹੈ। ਜਿਵੇਂ ਕਿ ਆਹ ਵਾਲੇ ਕੰਪਲੈਕਸ ਕੰਪਾਊਂਡਸ ਇੱਥੇ ਬਣੇ ਹੋਏ ਨੇ, ਇਹਨਾਂ ਦੇ ਵਿੱਚ ਸੇਮ ਚੀਜ਼ ਹੈ। ਜਿਵੇਂ ਅਮੋਨੀਆ ਇੱਥੇ 6 ਲੱਗੇ ਹੋਏ ਨੇ, ਇੱਕ ਅਮੋਨੀਆ ਕੋਲ 2 ਇਲੈਕਟ੍ਰੋਨ ਪੇਅਰਸ ਨੇ, ਸੌਰੀ 1 ਇਲੈਕਟ੍ਰੋਨ ਪੇਅਰ ਹੈ, 2 ਇਲੈਕਟ੍ਰੋਨਸ ਨੇ ਜਾ ਕੇ ਲਓ। ਨਿਕਲ ਦੇ ਡੀ ਆਰਬਿਟਲਸ ਦੇ ਵਿੱਚ ਇਹ ਇਲੈਕਟ੍ਰੋਨ ਸ਼ੇਅਰ ਕਰ ਲੈਂਦੇ ਨੇ, ਡੋਨੇਟ ਕਰ ਦਿੰਦੇ ਨੇ, ਅਤੇ ਇਹਦੇ ਨਾਲ ਬੌਂਡਿੰਗ ਕਰ ਲੈਂਦੇ ਨੇ, ਤਾਂ ਬਣ ਗਿਆ ਕੰਪਲੈਕਸ ਕੰਪਾਊਂਡ। ਠੀਕ ਹੈ, ਜਾਂ ਨੈਕਸਟ ਹੈਗਾ ਕੈਟਾਲਿਟਿਕ ਪ੍ਰੋਪਰਟੀਜ਼। ਐਜ਼ ਏ ਕੈਟਲਿਸਟ ਇਹ ਕੰਮ ਕਰਦੇ ਨੇ ਕਾਫੀ ਸਾਰੀਆਂ ਰਿਐਕਸ਼ਨਸ ਦੇ ਵਿੱਚ। ਜਿਵੇਂ ਆਪਾਂ ਹੈਬਰ ਪ੍ਰੋਸੈਸ ਕਰਦੇ ਹਾਂ, ਜਾਂ ਆਪਾਂ ਸਲਫਿਊਰਿਕ ਐਸਿਡ ਦੀ ਪ੍ਰੈਪਰੇਸ਼ਨ ਕੀਤੀ ਸੀ, SO3 ਬਣਾਈ ਸੀ, ਉੱਥੇ ਵੈਨੇਡੀਅਮ ਪੈਂਟਾਆਕਸਾਈਡ ਯੂਜ਼ ਕੀਤਾ ਸੀ। ਜਾਂ ਆਪਾਂ ਅੱਗੇ ਆਰਗੈਨਿਕ ਦੇ ਵਿੱਚ ਕਰਾਂਗੇ ਹਾਈਡਰੋਜੀਨੇਸ਼ਨ ਆਫ ਅਲਕੀਨ, ਨਿਕਲ ਉੱਥੇ ਯੂਜ਼ ਕਰਾਂਗੇ, ਜਾਂ ਪਲਾਟੀਨਮ ਯੂਜ਼ ਕਰ ਲਾਂਗੇ, ਜਾਂ ਪਲਾਟੀਨਮ ਯੂਜ਼ ਕਰ ਲਾਂਗੇ। ਮੀਨਸ ਐਜ਼ ਏ ਕੰਪਲੈਕਸ ਇਹ ਯੂਜ਼ ਕਰਦੇ ਹਾਂ ਆਪਾਂ, ਸੌਰੀ ਐਜ਼ ਏ ਕੈਟਲਿਸਟ ਇਹ ਆਪਾਂ ਯੂਜ਼ ਕਰਦੇ ਹਾਂ। ਕੈਟਲਿਟਿਕ ਜਿਹੜੀਆਂ ਪ੍ਰੋਪਰਟੀਜ਼ ਨੇ ਇਹਦੀਆਂ, ਉਹਦਾ ਕਾਰਨ ਵੀ ਡੀ ਸਬਸ਼ੈਲ ਹੈ। ਆਪਾਂ ਡੀ ਸਬਸ਼ੈਲ ਗ੍ਰੈਜੂਅਲੀ ਫਿਲ ਕਰਦੇ ਹਾਂ, ਦੈਟਸ ਵਾਈ ਜਿਹੜਾ ਇਹ ਕੈਟਾਲਿਟਿਕ ਪ੍ਰੋਪਰਟੀਜ਼ ਸ਼ੋ ਕਰਦਾ ਹੈ। 3 ਤਰ੍ਹਾਂ ਦੀਆਂ ਕੈਟਾਲਿਟਿਕ ਪ੍ਰੋਪਰਟੀਜ਼ ਇਹ ਸ਼ੋ ਕਰਦਾ ਹੈ। ਪਹਿਲੀਆਂ, ਇਹ ਐਜ਼ ਏ ਰਿਐਕਸ਼ਨ ਇੰਟਰਮੀਡੀਏਟਸ ਬਣਾ ਕੇ ਰਿਐਕਸ਼ਨ ਨੂੰ ਫਾਸਟ ਕਰ ਸਕਦੇ ਨੇ, ਜਾਂ ਰਿਐਕਸ਼ਨ ਦੇ ਵਿੱਚ ਸਰਫੇਸ ਪ੍ਰੋਵਾਈਡ ਕਰਕੇ ਰਿਐਕਸ਼ਨ ਨੂੰ ਫਾਸਟ ਕਰ ਸਕਦੇ ਨੇ, ਜਾਂ ਇਹ ਆਪਣੀ ਆਕਸੀਡੇਸ਼ਨ ਸਟੇਟ ਚੇਂਜ ਕਰਕੇ ਰਿਐਕਸ਼ਨ ਨੂੰ ਫਾਸਟ ਕਰ ਸਕਦੇ ਨੇ। ਤਾਂ 3 ਵੇ ਨੇ ਇਹਨਾਂ ਕੋਲ ਰਿਐਕਸ਼ਨਸ ਨੂੰ ਫਾਸਟ ਕਰਨ ਦੇ। ਲਾਸਟ ਆਰਟੀਕਲ ਹੈ, ਲਾਸਟ ਪ੍ਰੋਪਰਟੀ ਹੈ ਫਾਰਮੇਸ਼ਨ ਆਫ ਸੋਲਿਡ ਸੋਲਿਊਸ਼ਨਸ। ਦੇਖੋ ਇਹ ਸੋਲਿਡ ਸੋਲਿਊਸ਼ਨ ਫਾਰਮ ਕਰ ਸਕਦੇ ਨੇ। ਸੋਲਿਡ ਸੋਲਿਊਸ਼ਨਸ ਹੁੰਦੇ ਨੇ ਅਗਰ ਆਪਣੇ ਕੋਲ ਸਲਿਊਟ ਐਂਡ ਸੋਲਵੈਂਟ ਦੋਨੋਂ ਹੀ ਸੋਲਿਡ ਫਾਰਮ 'ਚ ਨੇ। ਠੀਕ ਹੈ, ਤਾਂ ਇਹ 2 ਤਰ੍ਹਾਂ ਦੇ ਸੋਲਿਡ ਸੋਲਿਊਸ਼ਨ ਬਣਾ ਸਕਦੇ ਨੇ, ਇੱਕ ਤਾਂ ਇੰਟਰਸਟੀਸ਼ੀਅਲ, ਇੱਕ ਸਬਸਟੀਟਿਊਸ਼ਨਲ। ਇੰਟਰਸਟੀਸ਼ੀਅਲ ਸੋਲਿਡ ਸੋਲਿਊਸ਼ਨ ਕਿੱਦਾਂ ਦੇ ਹੁੰਦੇ ਨੇ, ਅਗਰ ਆਪਣੇ ਕੋਲ ਕੋਈ ਡੀ ਬਲੋਕ ਦਾ ਐਲੀਮੈਂਟ ਹੈ, ਉਹਨੂੰ ਆਪਾਂ ਹਾਈਡਰੋਜਨ, ਬੋਰੋਨ, ਕਾਰਬਨ ਜਾਂ ਨਾਈਟ੍ਰੋਜਨ ਦੇ ਨਾਲ ਰਿਐਕਟ ਕਰਵਾਈਏ, ਤਾਂ ਉਹ ਜਿਹੜੇ ਸਮਾਲ ਐਟਮਸ ਨੇ ਇਹਨਾਂ ਦੀਆਂ ਵੇਕੈਂਟ ਸਾਈਟਸ ਦੇ ਵਿੱਚ ਆ ਕੇ ਲੱਗ ਜਾਂਦੇ ਨੇ, ਬੌਂਡਿੰਗ ਕਰ ਲੈਂਦੇ ਨੇ। ਇੱਦਾਂ ਦੇ ਜਿਹੜੇ ਕੰਪਾਊਂਡਸ ਬਣਦੇ ਨੇ, ਸੋਲਿਊਸ਼ਨਸ ਬਣਦੇ ਨੇ, ਦੇ ਆਰ ਇੰਟਰਸਟੀਸ਼ੀਅਲ ਸੋਲਿਡ ਸੋਲਿਊਸ਼ਨ। ਜਿਵੇਂ ਸਟੀਲ ਹੋ ਗਿਆ, ਕਾਸਟ ਆਇਰਨ ਹੋ ਗਿਆ। ਠੀਕ ਹੈ, ਸਬਸਟੀਟਿਊਸ਼ਨਲ ਹੁੰਦੇ ਨੇ ਅਗਰ ਆਪਾਂ ਇੱਕ ਮੈਟਲ ਦੇ ਵਿੱਚੋਂ ਕੁਝ ਐਟਮਸ ਕੱਢ ਦਈਏ, ਦੂਸਰੀ ਮੈਟਲ ਦੇ ਕੁਝ ਪਾਰਟੀਕਲਸ ਨੂੰ ਐਡ ਕਰ ਦਈਏ, ਤਾਂ ਉਹਨੂੰ ਆਪਾਂ ਬੋਲ ਦਿੰਦੇ ਹਾਂ ਸਬਸਟੀਟਿਊਸ਼ਨਲ ਸੋਲਿਡ ਸੋਲਿਊਸ਼ਨਸ। ਜਿਵੇਂ ਆਪਣੇ ਕੋਲੇ ਬਰਾਸ ਆ ਗਈ। ਠੀਕ ਹੈ, ਇਹਨਾਂ ਦੋਨਾਂ ਦੀਆਂ ਡੈਫੀਨੇਸ਼ਨਸ ਤੇ ਐਗਜ਼ਾਮਪਲਸ ਪੁੱਛੀਆਂ ਜਾਂਦੀਆਂ ਨੇ ਪੇਪਰ ਦੇ ਵਿੱਚ ਬਾਈ ਚਾਂਸ। ਤਾਂ ਅੱਜ ਇੰਨਾ ਹੀ ਕਰਨਾ ਹੈ। ਅੱਗੇ ਆਪਾਂ ਕੈਮੀਕਲ ਪ੍ਰੋਪਰਟੀਜ਼ ਪੜ੍ਹਾਂਗੇ, ਕੰਪਾਊਂਡਸ ਬਾਰੇ ਪੜ੍ਹਾਂਗੇ, ਡੀ ਬਲੋਕ ਦੇ ਐਲੀਮੈਂਟਸ ਬਾਰੇ। ਸੋ ਟੇਕ ਕੇਅਰ, ਬਾਏ ਬਾਏ।